ਜੇਕਰ ਤੁਸੀਂ ਖੁਦ ਆਪਣੇ ਆਪ ਨੂੰ, ਆਪਣੇ ਮਾਤਾ ਪਿਤਾ ਨੂੰ ਜਾਂ ਫਿਰ ਆਪਣੇ ਕਿਸੇ ਰਿਸ਼ਤੇਦਾਰ ਨੂੰ ਇਸ ਵੱਡੇ ਹਸਪਤਾਲ ਦੇ ਵਿੱਚ ਦਾਖਲ ਕਰਵਾਉਣ ਬਾਰੇ ਸੋਚ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਸਿਰਫ ਇੱਕ ਖਬਰ ਨਹੀਂ ਸਗੋਂ ਇੱਕ ਚੇਤਾਵਨੀ ਹੈ। ਦ ਖਬਰਸਾਰ ਨਾਲ ਜੁੜੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਤੁਹਾਡੇ ਨਾਲ ਠਾਕੁਰ ਅਮਨਦੀਪ ਸਿੰਘ। ਇੱਕ ਸਵਾਲ ਸਾਡਾ ਸਿਹਤ ਮੰਤਰੀ ਸਾਹਿਬ ਨੂੰ ਵੀ ਕਿ ਆਖਰ ਜਨਾਬ ਇਹ ਤੁਹਾਡੇ ਸ਼ਹਿਰ ਵਿੱਚ ਹੋ ਕੀ ਰਿਹਾ? ਇੱਕ ਵੱਡਾ ਤੇ ਨਾਮੀ ਹਸਪਤਾਲ ਜਿੱਥੇ ਇਲਾਜ ਦਾ ਤਾਂ ਪਤਾ ਨਹੀਂ ਪਰ ਸਤਿਕਾਰਯੋਗ ਡਾਕਟਰ ਮਰੀਜ਼ ਨੂੰ ਜਾਨੋਂ ਮਾਰਨ ਦੀ ਧਮਕੀ ਜ਼ਰੂਰ ਦੇ ਰਹੇ ਨੇ। ਅੱਗੇ ਵਧੀਏ ਉਸ ਤੋਂ ਪਹਿਲਾਂ ਤੁਸੀਂ ਵੀ ਸੁਣੋ ਇੱਕ ਵੱਡੀ ਧਮਕੀ ਦੀ ਛੋਟੀ ਜਿਹੀ ਆਡੀਓ। जिस टाइम इन्होंने ऑक्सीजन बंद कर दी कोई भी इधर ही ब्लेम नहीं कर सकता किसी को। जिस टाइम इन्होंने ऑक्सीजन बंद कर दी कोई भी इधर ही ब्लेम नहीं कर सकता किसी को। तो ਸਾਨੂੰ ਨਹੀਂ ਬਲੇਮ ਕਰ ਸਕਦੇ, ਪੇਸ਼ੈਂਟ ਨੂੰ ਲੈ ਕੇ ਜਾਓ। ਤੁਸੀਂ ਸਾਨੂੰ ਨਹੀਂ ਬਲੇਮ ਕਰ ਸਕਦੇ, ਪੇਸ਼ੈਂਟ ਨੂੰ ਲੈ ਕੇ ਜਾਓ। ਹੁਣ ਭਾਜੀ ਪੰਜਾਬ ਦੇ ਵਿੱਚ ਪਹੁੰਚੇ ਨੇ, ਮੋਹਾਲੀ ਜ਼ਿਲ੍ਹੇ ਦੇ ਵਿੱਚ ਖੜੇ ਨੇ, ਇਸ ਵੇਲੇ ਆਪਣੇ ਪਿਤਾ ਦੀ ਜ਼ਿੰਦਗੀ ਲੱਭ ਰਹੇ ਨੇ ਗਲੀਆਂ ਦੇ ਵਿੱਚ। ਹੁਣ ਜਦੋਂ ਮੈਨੂੰ ਵਾਰ-ਵਾਰ ਕਹਿ ਰਹੇ ਆ ਕਿ ਆਪਣੇ ਫਾਦਰ ਸਾਹਿਬ ਨੂੰ ਅਸੀਂ ਇੱਥੋਂ ਕੱਢ ਦੇਵਾਂਗੇ, ਤੁਸੀਂ ਲੈ ਜਾਓ, ਅਸੀਂ ਨਹੀਂ ਰੱਖਾਂਗੇ, ਤਾਂ ਬਿਨਾਂ ਆਕਸੀਜਨ ਤੋਂ ਕਿੱਦਾਂ ਲਾਈਫ ਜੀਣਗੇ? ਜਿਸ ਟਾਈਮ ਇन्होंने ऑक्सीजन बंद कर दी कोई भी इधर ही ब्लेम नहीं कर सकता किसी को। जिस टाइम इन्होंने ऑक्सीजन बंद कर दी कोई भी इधर ही ब्लेम नहीं कर सकता किसी को। ਡਾਕਟਰ ਨੂੰ ਰੱਬ ਦਾ ਰੂਪ ਕਿਹਾ ਜਾਂਦਾ ਸੀ, ਪਹਿਲਾਂ ਬੜਾ ਹੀ ਨੋਬਲ ਪ੍ਰੋਫੈਸ਼ਨ ਮੰਨਿਆ ਜਾਂਦਾ ਸੀਗਾ, ਬਟ ਅੱਜ ਕੱਲ੍ਹ ਇਹ ਮਾਰਕੀਟਿੰਗ ਏਜੰਟ ਬਣ ਕੇ ਰਹਿ ਗਏ ਹੈ। ਧਮਕੀ ਦੇਣ ਵਾਲੇ ਇਹ ਡਾਕਟਰ ਸਾਹਿਬ ਤੇ ਇਹ ਮਾਮਲਾ ਹੈ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਸ ਐਂਡ ਰਿਸਰਚ ਮੁਲਾਨਾ ਜ਼ਿਲ੍ਹਾ ਅੰਬਾਲਾ ਦਾ। ਜੀ ਹਾਂ, ਉਹੀ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਸ ਐਂਡ ਰਿਸਰਚ ਮੁਲਾਨਾ ਜੋ ਹਰਿਆਣਾ ਦੇ ਸਿਹਤ ਮੰਤਰੀ ਦੇ ਆਪਣੇ ਜ਼ਿਲ੍ਹੇ ਵਿੱਚ ਪੈਂਦਾ ਹੈ। ਇਸ ਮਾਮਲੇ ਤੋਂ ਬਾਅਦ ਤਾਂ ਲੱਗਦਾ ਹੈ ਜਿਵੇਂ ਕੁਝ ਨਿੱਜੀ ਹਸਪਤਾਲ ਹੁਣ ਪੈਸੇ ਕਮਾਉਣ ਲਈ ਸਿਰਫ ਲਾਲੇ ਦੀ ਹੱਟੀ ਬਣ ਚੁੱਕੇ ਹਨ। ਕੀ ਹੈ ਆਖਰ ਇਹ ਪੂਰਾ ਮਾਮਲਾ? ਦੇਖੋ ਦ ਖਬਰਸਾਰ ਦੀ ਇਹ ਐਕਸਕਲੂਸਿਵ ਰਿਪੋर्ट। जिस टाइम इन्होंने ऑक्सीजन बंद कर दी कोई भी इधर ही ब्लेम नहीं कर सकता किसी को। ਤੁਸੀਂ ਸਾਨੂੰ ਨਹੀਂ ਬਲੇਮ ਕਰ ਸਕਦੇ, ਪੇਸ਼ੈਂਟ ਨੂੰ ਲੈ ਕੇ ਜਾਓ। ਤੁਸੀਂ ਸਾਨੂੰ ਨਹੀਂ ਬਲੇਮ ਕਰ ਸਕਦੇ, ਪੇਸ਼ੈਂਟ ਨੂੰ ਲੈ ਕੇ ਜਾਓ ਇੱਥੋਂ। ਤਾਂ ਤੁਸੀਂ ਸੁਣੀ ਡਾਕਟਰ ਵੱਲੋਂ ਦਿੱਤੀ ਗਈ ਧਮਕੀ। ਮਾਮਲਾ ਕੀ ਹੈ ਪੂਰਾ ਉਹ ਵੀ ਜਾਣਾਂਗੇ। ਹਾਲਾਂਕਿ ਡਾਕਟਰਾਂ ਨੂੰ ਰੱਬ ਦਾ ਦੂਜਾ ਰੂਪ ਵੀ ਕਿਹਾ ਜਾਂਦਾ ਹੈ, ਪਰ ਇਹ ਨੌਬਤ ਆਈ ਕਿਉਂ, ਗੱਲਬਾਤ ਕਰਾਂਗੇ। ਭਾਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਭਾਜੀ ਤੁਹਾਡੇ ਫਾਦਰ ਸਾਹਿਬ ਦਾਖਲ ਨੇ ਮੌਲਾਨਾ ਹਸਪਤਾਲ ਦੇ ਵਿੱਚ। ਜੀ ਮੇਰੇ ਫਾਦਰ ਸਾਹਿਬ ਐਡਮਿਟ ਨੇ। ਹੋਇਆ ਕੀ ਸੀ? ਤੁਸੀਂ ਐਡਮਿਟ ਕਦੋਂ ਕੀਤਾ? ਕਿ ਪਹਿਲਾਂ ਹੀ ਕੋਵਿਡ ਪੇਸ਼ੈਂਟ ਸੀਗੇ ਉਹ? ਐਕਚੁਅਲੀ ਉਹਨਾਂ ਨੂੰ ਡਾਇਬੀਟੀਜ਼ ਦਾ ਅਟੈਕ ਆਇਆ ਸੀਗਾ ਨਾਈਟ ਨੂੰ। ਉਹਨਾਂ ਦੀ ਡਾਇਬੀਟੀਜ਼ ਜਿਹੜੀ ਹੈਗੀ ਸੀਗੀ ਨਾਈਟ ਨੂੰ 300-350 ਰਹਿੰਦੀ ਸੀ ਤੇ ਇੱਕਦਮ ਡਾਊਨ ਆ ਜਾਂਦੀ ਸੀ ਨਾਈਟ ਹੀ 50-40-50 ਤੇ ਉਹ ਇੱਕਦਮ ਬੇਹੋਸ਼ੀ ਦੀ ਹਾਲਤ 'ਚ ਆ ਜਾਂਦੇ ਸੀਗੇ। ਇਹ ਲਗਾਤਾਰ 1 ਵੀਕ ਤੋਂ ਹੋ ਰਿਹਾ ਸੀਗਾ, ਇਸ ਕਰਕੇ ਮੈਂ ਇਹਨਾਂ ਨੂੰ ਮੁਲਾਨਾ ਐਡਮਿਟ ਕਰਵਾਇਆ ਸੀਗਾ ਰਿਸਰਚ ਵਾਸਤੇ ਕਿ ਪ੍ਰੋਬਲਮ ਕੀ ਹੈਗੀ ਆ ਨੈਫਰੋ ਵਾਰਡ ਵਿੱਚ। ਤੇ ਉਹਨਾਂ ਨੇ ਨੈਫਰੋ ਵਾਰਡ ਸ਼ਿਫਟ ਕਰਕੇ ਕਿ ਰਿਸਰਚ ਕੀਤੀ ਤਾਂ ਉਹਨਾਂ ਪਤਾ ਲੱਗਿਆ ਕਿਡਨੀ 'ਚ ਇਨਫੈਕਸ਼ਨ ਹੈ ਇਹਨਾਂ ਦੇ। ਠੀਕ ਹੈ ਕਿ ਡਰੱਗਸ ਜਿਹੜਾ ਸਟੋਰੇਜ ਹੋ ਰਿਹਾ ਡਾਇਬੀਟੀਜ਼ ਦਾ, ਜਿਹੜੀ ਟੈਬਲੇਟ ਖਾ ਰਹੇ ਨੇ, ਤੇ ਇਹਨਾਂ ਨੂੰ ਅਸੀਂ ਫਲਸ਼ ਆਊਟ ਕਰਾਂਗੇ। ਕਰਨ ਤੋਂ ਬਾਅਦ ਇਹਨਾਂ ਨੂੰ ਇਨਸੂਲਿਨ ਤੇ ਕਰ ਦੇਵਾਂਗੇ ਅਸੀਂ। ਉਹ ਟ੍ਰੀਟਮੈਂਟ ਚੱਲ ਰਿਹਾ ਸੀਗਾ, ਚੱਲਦੇ ਇਹਨਾਂ ਨੇ 25 ਨੂੰ ਕਰਵਾਇਆ ਸੀਗਾ। ਨੋਰਮਲੀ ਟ੍ਰੀਟਮੈਂਟ ਬਹੁਤ ਚੱਲ ਰਿਹਾ ਸੀਗਾ। ਕੱਲ੍ਹ ਇਹਨਾਂ ਨੂੰ ਅਚਾਨਕ ਇਹਨਾਂ ਨੇ ਸੈਂਪਲ ਭੇਜਤਾ ਕੋਵਿਡ ਦਾ। ਕੋਈ ਸਿੰਪਟਮਸ ਨਹੀਂ ਸੀ, ਕੁਝ ਨਹੀਂ ਸੀਗੇ। ਜਦੋਂ ਹੀ ਸ਼ਾਮੀ ਰਿਪੋਰਟ ਆਈ ਹੈ, ਆਉਣ ਤੋਂ ਮੈਨੂੰ 2 ਘੰਟੇ ਪਹਿਲਾਂ ਹੀ ਬੋਲ ਦਿੱਤਾ ਗਿਆ, ਰਿਪੋਰਟ ਅਜੇ ਆਈ ਵੀ ਨਹੀਂ ਸੀਗੀ। ਉਸ ਤੋਂ ਪਹਿਲਾਂ ਕਿ ਆਪਣਾ ਅਰੇਂਜਮੈਂਟ ਕਰ ਲਓ, ਆਪਣੇ ਫਾਦਰ ਸਾਹਿਬ ਡਿਸਚਾਰਜ ਹੋਣ ਵਾਲੇ ਆ, ਤੁਸੀਂ ਆਪਣਾ ਕਿਤੇ ਹੋਰ ਆਈਸੋਲੇਸ਼ਨ ਵਾਰਡ ਲੈ ਲਓ, ਨਹੀਂ ਤਾਂ ਘਰ ਲੈ ਜਾਓ ਇਹਨਾਂ ਨੂੰ। ਕਿਉਂ ਜਦੋਂ ਪੇਸ਼ੈਂਟ ਕੋਈ ਕੋਵਿਡ ਪੋਜ਼ਿਟਿਵ ਆ ਵੀ ਜਾਵੇ ਤਾਂ ਉਸ ਤੋਂ ਬਾਅਦ ਤਾਂ ਜ਼ਿੰਮੇਵਾਰੀ ਵੱਧ ਜਾਂਦੀ ਹੈ ਹਸਪਤਾਲਾਂ ਦੀ। ਉਹ ਤੁਹਾਨੂੰ ਕਿਵੇਂ ਕਹਿ ਸਕਦੇ ਨੇ ਵੀ ਤੁਸੀਂ ਹਸਪਤਾਲ ਤੋਂ ਆਪਣਾ ਮਰੀਜ਼ ਨੂੰ ਲੈ ਜਾਓ ਘਰੇ? ਸਰ ਇੱਦਾਂ ਹੈ, ਅਜੇ ਤੱਕ ਰਿਪੋਰਟਸ ਆਈ ਵੀ ਨਹੀਂ ਸੀਗੀ। ਉਸ ਤੋਂ ਪਹਿਲਾਂ ਉੱਥੇ ਡਾਕਟਰ ਹੈਗੇ ਡਾਕਟਰ ਹਰਗੁਣ ਸਿੰਘ, ਉਹਨਾਂ ਨੇ ਮੈਨੂੰ ਬੋਲਿਆ ਕਿ ਆਪਣਾ ਅਰੇਂਜਮੈਂਟ ਕਰ ਲਓ, ਸਿਵਲ ਹਸਪੀਟਲ ਤੋਂ ਰੈਫਰ ਕਰਵਾ ਲਿਆਓ ਤੇ ਫਿਰ ਅਸੀਂ ਤੁਹਾਨੂੰ ਇੱਥੇ ਆਈਸੋਲੇਸ਼ਨ 'ਚ ਲੈ ਲਵਾਂਗੇ। ਜਦੋਂ ਮੈਂ ਆਈਸੋਲੇਸ਼ਨ ਵਾਰਡ 'ਚ ਜਾ ਕੇ ਕਨਫਰਮ ਕੀਤਾ ਕਿ ਮੇਰੇ ਫਾਦਰ ਸਾਹਿਬ ਇੱਦਾਂ ਪੋਜ਼ਿਟਿਵ ਰਿਪੋਰਟ ਬੋਲ ਰਹੇ ਆ ਜਾਏਗੀ, ਅਜੇ ਆਈ ਨਹੀਂ ਹੈ ਮਗਰ ਕਹਿ ਰਹੇ ਆ ਜਾਏਗੀ, ਮਗਰ ਤੁਸੀਂ ਲੈ ਲੋਗੇ? ਉਹ ਬੋਲ ਰਹੇ ਸਾਡੇ ਕੋਲ ਬੈੱਡ ਹੀ ਅਵੇਲੇਬਲ ਨਹੀਂ ਹੈ, ਅਸੀਂ ਤੁਹਾਡੇ ਪੇਸ਼ੈਂਟ ਨੂੰ ਨਹੀਂ ਲਵਾਂਗੇ। ਔਰ ਤੁਸੀਂ ਇੱਥੋਂ ਆਪਣਾ ਜਦੋਂ ਇਸ ਟਾਈਮ ਪੋਜ਼ਿਟਿਵ ਇਹਨਾਂ ਨੇ 8 ਵਜੇ ਤੋਂ ਬਾਅਦ ਮੈਨੂੰ ਰਿਪੋਰਟ ਦੱਸਤੀ ਕਿ ਤੁਹਾਡੀ ਪੋਜ਼ਿਟਿਵ ਆਈ ਹੈ, ਮਗਰ ਮੇਰੇ ਹੈਂਡਓਵਰ ਨਹੀਂ ਕੀਤੀ ਅੱਜ ਤੱਕ ਰਿਪੋਰਟ ਇਹਨਾਂ ਨੇ। ਔਰ ਖੁਦ ਹੀ ਆਪਣੇ ਆਪ ਬੋਲ ਰਹੇ ਕਿ ਪੋਜ਼ਿਟਿਵ ਹੋ ਗਏ ਤੁਹਾਡੇ ਫਾਦਰ ਸਾਹਿਬ। ਜਿਨ੍ਹਾਂ 'ਚੋਂ ਜਿਮਸ ਬੋਲ ਰਹੇ ਆ ਕਿ ਜਿਹੜੇ ਐਕਟਿਵ ਜਿਮਸ ਹੈਗੇ ਆ, ਜੰਪਸ ਜਿਹੜੇ ਹੁੰਦੇ ਆ ਕਰੋਨਾ ਦੇ, ਉਹ 27.5 ਆਏ ਆ। ਜਿਹੜੀ ਡੈਡਲਾਈਨ ਗਵਰਨਮੈਂਟ ਦੀ ਹੈਗੀ ਹੈ ਕਿ 29 ਤੋਂ ਪਲੱਸ ਜਿਹੜੇ ਨੀਚੇ ਹੈ ਉਹ ਕਿਸੇ ਨੂੰ ਇਫੈਕਟ ਨਹੀਂ ਕਰਦੇ। ਮਗਰ ਫਿਰ ਵੀ ਮੈਨੂੰ ਕਹਿ ਰਹੇ ਆ ਰਿਸਪੌਂਸਿਬਿਲਟੀ ਕੋਈ ਇਹਨਾਂ ਦੀ ਹੋਰ ਬਣਦੀ ਕਿ ਟ੍ਰੀਟ ਕਰਕੇ ਉਹਨਾਂ ਨੂੰ ਜਲਦੀ ਘਰ ਭੇਜਿਆ ਜਾਏ ਔਰ ਕਿਡਨੀ ਦਾ ਵੀ ਟ੍ਰੀਟਮੈਂਟ ਕੀਤਾ ਜਾਏ। ਉਲਟਾ ਮੈਨੂੰ ਧਮਕੀ ਦੇ ਰਹੇ ਆ ਕਿ ਤੁਹਾਡੇ ਫਾਦਰ ਸਾਹਿਬ ਦੀ ਅਸੀਂ ਆਕਸੀਜਨ ਬੰਦ ਕਰ ਦਿੱਤੀ ਜਾਏਗੀ ਤੇ ਉਸ ਦਾ ਜ਼ਿੰਮੇਵਾਰ ਤੁਸੀਂ ਹੋਗੇ, ਅਸੀਂ ਨਾ ਕਿ ਅਸੀਂ ਹੋਵਾਂਗੇ। ਔਰ ਫਾਦਰ ਸਾਹਿਬ ਨੂੰ ਜਿੰਨਾ ਹੋ ਸਕਦਾ ਜਲਦੀ ਤੋਂ ਲੈ ਜਾਓ ਡਿਸਚਾਰਜ ਕਰਕੇ। ਬੜੀ ਹੈਰਾਨੀ ਵਾਲੀ ਗੱਲ ਹੈ, ਸਿੱਧੇ ਤੌਰ ਤੇ ਧਮਕੀਆਂ ਦਿੰਦਾ ਸ਼ਾਇਦ ਹੀ ਕੋਈ ਹਸਪਤਾਲ ਕੋਈ ਡਾਕਟਰ ਸੁਣਿਆ ਹੋਵੇ। ਤੁਸੀਂ ਇੱਕ ਵਾਰ ਤਫਸੀਲ ਨਾਲ ਸੁਣੋ, ਆਖਰ ਗੱਲਬਾਤ ਹੋਈ ਕੀ ਸੀ, ਕਿਵੇਂ ਇਹਨਾਂ ਨੂੰ
ਜ਼ੋਰ ਪਾਇਆ ਜਾ ਰਿਹਾ ਕਿ ਆਪਣੇ ਪਿਤਾ ਨੂੰ ਤੁਸੀਂ ਹਸਪਤਾਲ ਦੇ ਵਿੱਚੋਂ ਲੈ ਜਾਓ, ਨਹੀਂ ਤਾਂ ਫਿਰ ਜ਼ਿੰਮੇਵਾਰੀ ਜਿਹੜੀ ਹੈਗੀ ਹੈ ਉਹ ਤੁਹਾਡੀ ਹੋਵੇਗੀ। ਜੇਕਰ ਇਹਨਾਂ ਨੇ ਆਕਸੀਜਨ ਬੰਦ ਕਰ ਦਿੱਤੀ, ਇਹਨਾਂ ਨੇ ਉਹਨਾਂ ਦਾ ਕਹਿਣ ਤੋਂ ਭਾਵ ਸੀ ਹਸਪਤਾਲ ਵਾਲਿਆਂ ਨੇ। ਇੱਕ ਵਾਰ ਆਡੀਓ ਤੁਸੀਂ ਜ਼रूर सुनो सारी। वीर सिंह के साथ हो हाँ जी, मैं कुलवीर सिंह से बोल रहा हूँ, बोलिए। अपने हाँ जी कहाँ पे हो आप? मैडम, मैं अब यहाँ अम्बाला आया हुआ था, ठीक है। मैं ऑक्सीजन सिलेंडर अरेंज करने के लिए, उसके बाद मुझे पता लगा था कि वहाँ से चंडीगढ़ के नियर अबाउट मिलेगा, तो मैं वहाँ आया हूँ लेने। तो अभी कहाँ पे हो? हाँ जी अभी कहाँ पे हो? मैडम, ऑक्सीजन सिलेंडर लेने आया हूँ मैं। तो कितनी देर में पहुँचोगे हॉस्पिटल में? बताओ क्या हुआ। मैडम, हुआ क्या? आपके की रिपोर्ट पॉजिटिव हुई है तो उसको लेके जाना है ना यहाँ से। मैडम, मेरी एक बात बताइए, क्यों लेके जाना है मेरे को वहाँ से? जब मैंने अपने फादर को 25 को एडमिट करवाया, उनका ट्रीटमेंट वहीं चल रहा है, तो वो क्रिटिकल उनकी कंडीशन है, तो मैं कैसे लेके जाऊँ? कहाँ लेके जाऊँगा उनको विदाउट ऑक्सीजन के? तो हमारे पास बेड नहीं है ना, वो आपको बताया होगा। मैडम, आपका आइसोलेशन वार्ड है, मैंने आपके यहाँ पे पेशेंट को एडमिट कर दिया, तो आपकी रिस्पॉन्सिबिलिटी बनती है, ना कि मेरी बनती है। तो हमारे पास बेड नहीं है ना। मैं पॉजिटिव नहीं लेके आया था, मैं नेगेटिव लेके आया था अपने पेशेंट को। 25 को नेगेटिव थे, वो कल पॉजिटिव हुए हैं, वो आपकी वजह से पॉजिटिव हुए हैं। आपने पॉजिटिव पेशेंट को वार्ड के अंदर शिफ्ट किया विदाउट टेस्ट किए, क्यों? वो आपकी मिस्टेक है, मेरी मिस्टेक है? भैया तभी तो किया है ना जो पॉजिटिव आया। मैडम, एक बात बताइए, मेरे फादर साहब 6 फ्लोर पे नेफ्रो वार्ड में थे, ठीक है, वो भी नेगेटिव थे। वो 6 वार्ड के अंदर जब वो नीचे आए ही नहीं, तब से ऊपर एडमिट हैं, तो मेरे फादर साहब ऊपर हॉल में लेटे लेटे अपने वार्ड के अंदर पॉजिटिव कैसे हो गए, ये बताइए जरा मुझे आप। तो आप ऊपर वाले डॉक्टर से बात करो ना। मैडम, मैं डॉक्टर से क्या बात करूंगा? आप डॉक्टर से बात कीजिए, मैं तो अपना पेशेंट नहीं लेके जाऊंगा। मैं अपना पेशेंट नहीं लेके जाऊंगा, मेरा यहीं मुलाना में रहेगा और आप ही ट्रीटमेंट करोगे। अगर आपके पास अथॉरिटी है निकालने की, तो आप निकाल सकते हो, कुछ होता जिम्मेदार आपको, और उनका कुछ होगा तो आप रिस्पॉन्सिबल होगे। काट दिया। हेलो हेलो, हाँ जी डॉक्टर साहब। हाँ जी, ਤੁਸੀਂ ਪੇਸ਼ੈਂਟ ਕਿਉਂ ਨਹੀਂ ਲੈ ਕੇ ਜਾ ਰਹੇ? ਡਾਕਟਰ ਸਾਹਿਬ, ਮੈਂ ਆਕਸੀਜਨ ਦਾ ਅਰੇਂਜਮੈਂਟ ਕਰ ਰਿਹਾ ਸੀਗਾ, ਮੈਂ ਤਾਂ ਨਹੀਂ ਲੈ ਕੇ ਜਾ ਰਿਹਾ। ਹੁਣ ਹੋ ਗਿਆ ਅਰੇਂਜਮੈਂਟ? ਮੈਡਮ, ਮੈਂ ਡਾਕਟਰ ਸਾਹਿਬ ਅਜੇ ਨਹੀਂ ਹੋਇਆ, ਮੈਂ ਤਾਂ ਲੱਭ ਰਿਹਾ ਆਕਸੀਜਨ ਦਾ। ਮੇਰਾ ਚੰਡੀਗੜ੍ਹ ਇੱਧਰ ਆਇਆ ਹੋਇਆ ਸੀਗਾ। ਮੈਨੂੰ ਮੇਰਾ ਫੋਨ ਆਇਆ ਹੈ, ਦੇਖੋ ਤੁਸੀਂ ਘਰ ਲੈ ਕੇ ਜਾਣਾ, ਕਿੱਥੇ ਲੈ ਜਾਓ? ਇਹ ਹਲੇ ਸ਼ਰਾਫਤ ਚ ਟ੍ਰੀਟਮੈਂਟ ਚਲਾ ਰਹੇ, ਕੁਝ ਡਾਕਟਰ ਸਾਹਿਬ ਇੱਕ ਮੈਂ ਤੁਹਾਡੇ ਨਾਲ ਗੱਲ ਸ਼ੇਅਰ ਕਰਨਾ ਚਾਹੁੰਦਾ ਸੀਗਾ। ਇੱਕ ਮਿੰਟ ਸੁਣੋ, ਜੀ। ਤੁਸੀਂ ਪੇਸ਼ੈਂਟ ਨੂੰ ਲਿਟਰਲੀ ਛੱਡ ਕੇ ਗਏ ਹੋ। ਜੀ। ਜਿਸ ਟਾਈਮ ਇਹਨਾਂ ਨੇ ਆਕਸੀਜਨ ਬੰਦ ਕਰਤੀ, ਕੋਈ ਵੀ ਇਹਦੇ ਲਈ ਬਲੇਮ ਨਹੀਂ ਕਰ ਸਕਦਾ ਕਿਸੇ ਨੂੰ। ਓਕੇ ਮੈਡਮ, ਆਪਣਾ ਪੇਸ਼ੈਂਟ ਛੱਡ ਕੇ ਗਏ। ਡਾਕਟਰ ਸਾਹਿਬ ਇੱਕ ਗੱਲ ਦੱਸੋ, ਮੈਂ ਆਪਣਾ ਪੇਸ਼ੈਂਟ ਐਡਮਿਟ ਕਰਾਇਆ ਹਸਪੀਟਲ ਵਿੱਚ, ਠੀਕ ਹੈ। ਹਸਪੀਟਲ ਕਿੱਦਾਂ ਆਕਸੀਜਨ ਬੰਦ ਕਰ ਸਕਦਾ ਵਿਦਾਊਟ ਰੀਜ਼ਨ? ਮੈਂ ਪੇ ਨਹੀਂ ਕਰ ਰਿਹਾ, ਪੇਮੈਂਟ ਨਹੀਂ ਕਰ ਰਿਹਾ ਮੈਂ। ਤੁਹਾਡਾ ਕੋਵਿਡ, ਤੁਹਾਨੂੰ ਕੀ ਹੈ, ਜਦ ਪੇਸ਼ੈਂਟ ਕੋਵਿਡ ਪੋਜ਼ਿਟਿਵ ਆ ਗਿਆ, ਤੁਹਾਨੂੰ ਮੈਂ 6 ਵਜੇ ਗੱਲ ਦੱਸੀ। ਡਾਕਟਰ ਸਾਹਿਬ, ਮੈਂ ਨੈਗੇਟਿਵ ਲੈ ਕੇ ਆਇਆ ਸੀ ਨਾ ਪੇਸ਼ੈਂਟ। ਡਾਕਟਰ ਸਾਹਿਬ, ਮੈਂ ਤਾਂ ਨੈਗੇਟਿਵ ਲੈ ਕੇ ਆਇਆ ਸੀ ਨਾ। ਤੁਸੀਂ ਸਾਨੂੰ ਨਹੀਂ ਬਲੇਮ ਕਰ ਸਕਦੇ, ਪੇਸ਼ੈਂਟ ਨੂੰ ਲੈ ਕੇ ਜਾਓ ਇੱਥੋਂ। ਸੋ ਕੱਢ ਕੇ ਦਿਓ। ਬੜੀ ਹੈਰਾਨੀ ਵਾਲੀ ਗੱਲ ਹੈ, ਜੇਕਰ ਇਹ ਵੀਡੀਓ ਹਰਿਆਣੇ ਦੇ ਹੈਲਥ ਮਿਨਿਸਟਰ ਅਨਿਲ ਵਿਜ ਦੇਖ ਰਹੇ ਹੋਣ ਤਾਂ ਅਜਿਹੇ ਹਸਪਤਾਲਾਂ ਤੇ ਬਿਨਾਂ ਦੇਰੀ ਤੋਂ ਕਾਰਵਾਈ ਹੋਣੀ ਚਾਹੀਦੀ ਹੈ। ਹੋ ਸਕੇ ਤਾਂ ਇਹਨਾਂ ਨੂੰ ਸਸਪੈਂਡ ਕੀਤਾ ਜਾਵੇ, ਇਹਨਾਂ ਕੋਲ ਜਿਹੜਾ ਵੀ ਲਾਇਸੈਂਸ ਤੁਸੀਂ ਦਿੰਦੇ ਹੋ ਸਸਪੈਂਡ ਕੀਤਾ ਜਾਵੇ ਤੇ ਕੋਈ ਇਨਕੁਆਇਰੀ ਜ਼ਰੂਰ ਮਾਰ ਕੀਤੀ ਜਾਵੇ, ਕਿਉਂਕਿ ਇਹਦਾ ਇੱਕ ਪੇਸ਼ੈਂਟ ਸਾਹਮਣੇ ਆਇਆ, ਇੱਦਾਂ ਦੇ ਪਤਾ ਨਹੀਂ ਹੋਰ ਕਿੰਨੇ ਪੇਸ਼ੈਂਟ ਹੋਣਗੇ। ਹੁਣ ਭਾਜੀ ਪੰਜਾਬ ਦੇ ਵਿੱਚ ਪਹੁੰਚੇ ਨੇ, ਮੋਹਾਲੀ ਜ਼ਿਲ੍ਹੇ ਦੇ ਵਿੱਚ ਖੜੇ ਨੇ ਇਸ ਵੇਲੇ, ਆਪਣੇ ਪਿਤਾ ਦੀ ਜ਼ਿੰਦਗੀ ਲੱਭ ਰਹੇ ਨੇ ਗਲੀਆਂ ਦੇ ਵਿੱਚ ਆਕਸੀਜਨ ਸਿਲੰਡਰ, ਤੇ ਇਸ ਵੇਲੇ ਸਿਲੰਡਰ ਲੈਣ ਸਰਵ ਹਿਊਮੈਨਿਟੀ ਸਰਵ ਗੋਡ NGO ਦੇ ਕੋਲ ਪਹੁੰਚੇ ਨੇ। ਸਰਨਜੀਤ ਸਿੰਘ ਜੀ ਵੀ ਸਾਡੇ ਨਾਲ ਮੌਜੂਦ ਨੇ, ਗੱਲਬਾਤ ਉਹਨਾਂ ਨਾਲ ਵੀ ਕਰਾਂਗੇ। ਭਾਜੀ, ਆਕਸੀਜਨ ਸਿਲੰਡਰ ਦੀ ਹੁਣ ਤੁਸੀਂ ਬੰਦੋਬਸਤ ਇਸ ਕਰਕੇ ਕਰ ਰਹੇ ਹੋ ਵੀ ਜੇ ਉਹਨਾਂ ਨੇ ਹੁਣ ਜ਼ਬਰਦਸਤੀ ਕੱਢ ਵੀ ਦਿੱਤਾ ਤਾਂ? ਹੁਣ ਜਦੋਂ ਮੈਨੂੰ ਵਾਰ-ਵਾਰ ਕਹਿ ਰਹੇ ਆ ਕਿ ਆਪਣੇ ਫਾਦਰ ਸਾਹਿਬ ਨੂੰ ਅਸੀਂ ਇੱਥੋਂ ਕੱਢ ਦੇਵਾਂਗੇ, ਤੁਸੀਂ ਲੈ ਜਾਓ, ਅਸੀਂ ਨਹੀਂ ਰੱਖਾਂਗੇ, ਤਾਂ ਬਿਨਾਂ ਆਕਸੀਜਨ ਤੋਂ ਕਿੱਦਾਂ ਲਾਈਫ ਜੀਣਗੇ? ਮੈਂ ਉਹ ਸਵੇਰ ਦੇ ਕੱਲ ਨਾਈਟ ਦਾ ਨਿਕਲਿਆ ਹੋਇਆ, ਮੈਂ ਉੱਥੋਂ ਹਸਪੀਟਲ ਸੀਗਾ, ਇਹਨਾਂ ਨੇ ਮੈਨੂੰ ਬੋਲਿਆ ਮਾਰਨਿੰਗ 'ਚ, ਫਿਰ ਦੁਬਾਰਾ ਮੈਨੂੰ ਧਮਕੀਆਂ ਦਿੱਤੀਆਂ ਇਹਨਾਂ ਨੇ ਹਸਪੀਟਲ 'ਚ। ਮੈਂ ਮਾਰਨਿੰਗ ਦਾ ਨਿਕਲਿਆ ਹੋਇਆ, ਪਤਾ ਕਰਦੇ ਹੋਏ ਮੈਨੂੰ ਸੰਸਥਾ ਦਾ ਪਤਾ ਲੱਗਿਆ ਤੇ ਇੱਥੇ ਮੈਂ ਆਇਆ। ਨਹੀਂ, ਉੱਥੇ ਅੰਬਾਲੇ ਵੀ ਤੁਸੀਂ ਕਿਤੇ ਹੋਰ ਹਸਪਤਾਲ 'ਚ ਕਿਤੇ ਪਤਾ ਕੀਤਾ ਹੋਵੇ? ਦੇਖੋ ਵੈਸੇ ਪਹਿਲੀ ਗੱਲ ਤਾਂ ਹੈਗੀ ਹੈ, ਮੌਲਾਨਾ ਹਸਪਤਾਲ ਵਾਲਿਆਂ ਦਾ ਇਹਨਾਂ ਨੂੰ ਕੱਢਣਾ ਬਣਦਾ ਹੀ ਨਹੀਂ ਹੈ। ਮੈਂ ਮੌਲਾਨਾ ਹਸਪਤਾਲ ਵਾਲਿਆਂ ਦਾ ਕੱਢਣਾ ਨਹੀਂ ਬਣਦਾ, ਕਿਉਂਕਿ ਡਿਊਟੀ ਹੋਰ ਵੱਧ ਜਾਂਦੀ ਹੈ ਜਦੋਂ ਬੰਦਾ ਪੋਜ਼ਿਟਿਵ ਹੋ ਗਿਆ, ਤੁਹਾਡੇ ਕੋਲ ਪੋਜ਼ਿਟਿਵ ਹੋਇਆ, ਤੁਹਾਡੀ ਡਿਊਟੀ ਹੋਰ ਵੱਧ ਜਾਂਦੀ ਹੈ ਵੀ ਤੁਸੀਂ ਉਸ ਦੀ ਲੁੱਕ ਆਫਟਰ ਕਰੋ, ਦੇਖਭਾਲ ਕਰੋ ਤੇ ਕੋਈ ਦਿੱਕਤ ਨਾ ਆਵੇ। ਉਲਟਾ ਤੁਸੀਂ ਕਹਿ ਰਹੇ ਹੋ ਤੁਸੀਂ ਇੱਥੋਂ ਆਪਣੇ ਪੇਸ਼ੈਂਟ ਨੂੰ ਲੈ ਜਾਓ, ਤੁਸੀਂ ਮਰਨ ਵਾਸਤੇ ਛੱਡ ਰਹੇ ਹੋ, ਉਲਟਾ ਧਮਕੀ ਦੇ ਰਹੇ ਹੋ ਜੇ ਕੱਲ ਨੂੰ ਆਕਸੀਜਨ ਬੰਦ ਹੋਗੀ ਜਾਂ ਜਦੋਂ ਵੀ ਆਕਸੀਜਨ ਬੰਦ ਕੀਤੀ ਬਲੇਮ ਤੁਸੀਂ ਨਹੀਂ ਕਰ ਸਕਦੇ। ਇਹ ਧਮਕੀਆਂ ਤੁਸੀਂ ਦੇ ਰਹੇ ਹੋ। ਤੁਸੀਂ ਉੱਥੇ ਕਿਸੇ ਹੋਰ ਹਸਪਤਾਲ 'ਚ ਪਤਾ ਨਹੀਂ ਕੀਤਾ, ਨੇੜੇ ਤੇੜੇ ਅੰਬਾਲੇ ਅਬਾਊਟ ਸਾਰੇ ਆਲਮੋਸਟ 3-4 ਹਸਪੀਟਲ 'ਚ ਪਤਾ ਕਰ ਚੁੱਕੇ ਹਾਂ। ਮੈਂ ਆਦੇਸ਼ ਹਸਪੀਟਲ ਪਤਾ ਕੀਤਾ ਹੈਗਾ, ਉੱਥੇ ਵੀ ਆਕਸੀਜਨ ਦੀ ਸ਼ਾਰਟੇਜ ਚੱਲ ਰਹੀ ਹੈ ਔਰ ਆਈਸੋਲੇਸ਼ਨ ਫੁੱਲ ਹੈਗਾ, ਉੱਥੇ ਵੀ ਨਹੀਂ ਲੈ ਰਹੇ ਪੇਸ਼ੈਂਟ ਨੂੰ। ਅੰਬਾਲਾ ਸਿਟੀ ਮੈਂ ਗਿਆ ਸੀਗਾ, ਉੱਥੇ ਵੀ ਨਹੀਂ ਲਿਆ ਇਹਨਾਂ ਨੇ। ਅੰਬਾਲਾ ਕੈਂਟ ਵਿੱਚ ਆਕਸੀਜਨ ਹੈ ਹੀ ਨਹੀਂ, ਸ਼ਾਰਟੇਜ ਹੈ,
ਉਹ ਕਹਿ ਰਹੇ ਸਾਡੇ ਕੋਲ ਆਕਸੀਜਨ ਨਹੀਂ, ਅਸੀਂ ਪੇਸ਼ੈਂਟ ਰੱਖ ਕੇ ਕੀ ਕਰਾਂਗੇ ਨਾਰਮਲੀ ਐਮਰਜੈਂਸੀ ਦੇ ਅੰਦਰ ਵਿੱਚ ਵੀ। ਤੇ ਲਾਸਟ ਮੈਂ ਹੁਣ ਪਤਾ ਕਰਦਾ ਹੋਇਆ ਚੰਡੀਗੜ੍ਹ ਵੀ ਪਤਾ ਕੀਤਾ ਹੈ, ਡੇਰਾਬੱਸੀ ਪਤਾ ਕੀਤਾ, ਮੈਨੂੰ ਕਿਤੇ ਨਹੀਂ ਮਿਲਿਆ। ਮੈਨੂੰ ਇੱਥੋਂ ਮੋਹਾਲੀ ਦਾ ਪਤਾ ਲੱਗਿਆ ਸੀ ਭਾਜੀ ਬਾਰੇ ਕਿ ਇਹ ਇੱਥੇ ਇਸ ਚੀਜ਼ ਦੀ ਸੇਵਾ ਕਰਦੇ ਨੇ ਆਕਸੀਜਨ ਦੀ, ਤੇ ਮੈਂ ਇਹਨਾਂ ਕੋਲ ਆਇਆ, ਇਹਨਾਂ ਨੇ ਮੈਨੂੰ ਸਿਲੰਡਰ ਅਰੇਂਜ ਕਰਾ ਕੇ ਦਿੱਤਾ ਜੀ, ਠੀਕ ਹੈ, ਆਕਸੀਜਨ ਦਾ ਮੇਰੇ ਫਾਦਰ ਸਾਹਿਬ ਵਾਸਤੇ। ਹੁਣ ਮੈਂ ਇਹ ਲੈ ਕੇ ਤਾਂ ਚੱਲਿਆ, ਮੈਨੂੰ ਅੱਗੇ ਦੇ ਮੈਨੂੰ ਇਹ ਨਹੀਂ ਪਤਾ ਲੱਗ ਰਿਹਾ ਹੁਣ ਮੈਨੂੰ ਰਿਫਿਲ ਕਿੱਥੋਂ ਕਰਵਾਉਣਾ ਹੈ, ਕਿਉਂਕਿ ਇਹ ਸਿਲੰਡਰ ਜਿਹੜਾ 17 ਤੋਂ 18 ਘੰਟੇ ਹੀ ਚੱਲੇਗਾ, ਉਸ ਤੋਂ ਇਲਾਵਾ ਨਹੀਂ ਚੱਲੇਗਾ। ਤੇ ਅੰਬਾਲੇ ਉੱਥੇ ਨੇੜੇ ਤੇੜੇ ਕਿਤੇ ਰੀਫਿਲ ਸੈਂਟਰ ਨਹੀਂ ਨਹੀਂ ਹੈਗਾ ਮਗਰ ਅਰੇਂਜ ਨਹੀਂ ਹੈ, ਕਿਤੋਂ ਵੀ ਰਿਫਿਲ ਨਹੀਂ ਹੋ ਪਾ ਰਿਹਾ। ਤੁਸੀਂ ਅਨਿਲ ਵਿਜ ਤੇ ਕੋਸ਼ਿਸ਼ ਕੀਤੀ ਹੈ, ਲੇਕਿਨ ਮੈਨੂੰ ਮੈਂ ਸਮਝ ਸਕਦਾ ਵੀ ਤੁਹਾਡੇ ਕੋਲ ਇੰਨਾ ਟਾਈਮ ਨਹੀਂ ਵੀ ਤੁਸੀਂ ਕਰੋ, ਲੇਕਿਨ ਇੱਕ ਟਵੀਟ ਕਰਕੇ ਦੇਖਣਾ ਸੀ ਵੀ ਤੁਹਾਡੇ ਸ਼ਹਿਰ ਵਿੱਚ ਇਹ ਕੁਝ ਹੋ ਰਿਹਾ ਜੀ। ਦੇਖੋ ਸਰ ਇੱਦਾਂ ਹੈ, ਮੈਂ ਖੁਦ ਅੰਬਾਲਾ ਕੈਂਟ ਦਾ ਰਹਿਣ ਵਾਲਾ ਹਾਂ, ਮੇਰੇ ਲੋਕਲ ਅਨਿਲ ਵਿਜ ਜੀ ਮੇਰੇ ਲੋਕਲ ਮੰਤਰੀ ਨੇ, ਠੀਕ ਹੈ, ਮਗਰ ਉਹਨਾਂ ਨੂੰ ਲੋਕਲ ਹੀ ਅਰੇਂਜਮੈਂਟ ਨਹੀਂ ਹੋ ਪਾ ਰਿਹਾ, ਤਾਂ ਬਾਹਰ ਤੋਂ ਦੂਰ ਦੀ ਗੱਲ ਰਹਿ ਗਈ। ਉਹਨਾਂ ਕੋਲ ਆਲ ਓਵਰ ਹਰਿਆਣਾ ਹੈ, ਠੀਕ ਹੈ, ਪੂਰੇ ਸਵਾਸਥ ਮੰਤਰੀ ਹੈ ਹਰਿਆਣਾ ਦੇ, ਮਗਰ ਲੋਕਲ ਜਿਹੜੇ ਜ਼ਿਲ੍ਹੇ ਤੋਂ ਹੈਗੇ ਆ ਉਹ, ਮਗਰ ਉੱਥੇ ਹੀ ਆਹ ਹਾਲ ਹੋ ਰਿਹਾ, ਤੇ ਬਾਕੀ ਜ਼ਿਲ੍ਹਿਆਂ ਦਾ ਕੀ ਹਾਲ ਹੋ ਰਿਹਾ ਹੋਏਗਾ। ਬੜਾ ਵੱਡਾ ਸਵਾਲ ਹੈ, ਜਿੱਥੇ ਦੇ ਅਨਿਲ ਵਿਜ ਸਿਹਤ ਮੰਤਰੀ ਹੈਗੇ ਨੇ ਉੱਥੇ ਇਹ ਹਾਲ ਹੈ, ਤੇ ਬਾਕੀਆਂ ਦਾ ਹਾਲ ਕੀ ਹੋਵੇਗਾ। ਸਵਰਨ ਜੀ ਤੁਹਾਡੇ ਤੱਕ ਪਹੁੰਚ ਇਹਨਾਂ ਨੇ ਕਿਵੇਂ ਕੀਤੀ, ਕਿਵੇਂ ਕੰਟੈਕਟ ਆਏ? ਭਾਜੀ ਇੰਡੀਅਨ ਆਰਮੀ ਤੋਂ ਇੱਕ ਫਰੈਂਡ ਸੀਗੇ, ਉਹ ਇਹਨਾਂ ਨੂੰ ਜਾਣਦੇ ਨੇ ਔਰ ਉਹਨਾਂ ਦੇ ਥਰੂ ਇਹਨਾਂ ਨੇ ਅਪਰੋਚ ਕੀਤੀ ਹੈ। ਓਕੇ, ਤੇ ਤੁਹਾਨੂੰ ਕਾਲ ਆਈ ਸੀ ਜਾਂ ਕਿਵੇਂ? ਜੀ ਸਾਨੂੰ ਕਾਲ ਆਈ ਸੀਗੀ। ਓਕੇ, ਮਤਲਬ ਕਿ ਤੁਹਾਡੇ ਕੋਈ ਸ਼ੁਭਚਿੰਤਕ ਇੰਡੀਅਨ ਆਰਮੀ ਵਿੱਚ ਵੀ ਨੇ, ਉਹਨਾਂ ਨੇ ਅੱਗੇ ਇਹਨਾਂ ਦੇ ਕਿਸੇ ਜਾਣਕਾਰ ਨੂੰ, ਇਹਨਾਂ ਦੇ ਬ੍ਰਦਰ ਨੂੰ ਦੱਸਿਆ? ਜੀ ਸਾਰੇ ਸੋਸ਼ਲ ਮੀਡੀਆ ਤੇ ਵਰਡ ਸਪਰੈਡ ਕੀਤਾ ਹੋਇਆ ਕਿ ਸਰਵ ਹਿਊਮੈਨਿਟੀ ਸਰਵ ਗੋਡ, ਇਨ ਕੋਲੈਬੋਰੇਸ਼ਨ ਵਿਦ ਜੈਟ ਸਿੰਘ ਟਰਸਟ ਯੂਕੇ ਇਹਨਾਂ ਦੇ ਨਾਲ ਆਕਸੀਜਨ ਸੇਵਾ ਕਰ ਰਹੀ ਆ। ਜੀ ਜੀ ਜੀ, ਬਹੁਤ ਚੰਗੀ ਗੱਲ ਹੈ, ਲੇਕਿਨ ਤੁਹਾਨੂੰ ਹੈਰਾਨੀ ਨਹੀਂ ਹੁੰਦੀ ਵੀ ਦੇਖੋ ਅੰਬਾਲੇ ਤੋਂ ਹੁਣ ਇੱਕ ਕੇਸ ਸਾਹਮਣੇ ਆਇਆ, ਉੱਪਰ ਤੋਂ ਜੋ ਹਸਪੀਟਲ ਵਾਲੇ ਕਰ ਰਹੇ ਨੇ, ਤੁਹਾਡੇ ਕੋਲ ਕੋਈ ਪੇਸ਼ੈਂਟ ਹੋਵੇ, ਤੁਸੀਂ ਬੈੱਡ ਸੋਰਸ ਦਾ ਟ੍ਰੀਟਮੈਂਟ ਕਰਦੇ ਹੋ, ਤੁਹਾਡੇ ਕੋਲ ਕੋਈ ਪੇਸ਼ੈਂਟ ਆਇਆ ਹੋਵੇ, ਤੁਸੀਂ ਕੱਢ ਦਿੰਦੇ ਹੋ ਵੀ ਜਾਓ ਅਸੀਂ ਨਹੀਂ ਕਰਨਾ? ਸਵਾਲ ਹੀ ਨਹੀਂ ਉੱਠਦਾ ਭਾਜੀ, ਸਵਾਲ ਹੀ ਨਹੀਂ ਉੱਠਦਾ। ਅਸੀਂ ਸਭ ਤੋਂ ਪਹਿਲਾਂ ਇਨਸਾਨੀਅਤ ਨੂੰ ਮੁੱਖ ਰੱਖਦੇ ਹਾਂ, ਤਾਂ ਉਹ ਸਵਾਲ ਹੀ ਨਹੀਂ ਉੱਠਦਾ। ਅਜਿਹੇ ਹਸਪਤਾਲ ਵਾਸਤੇ ਕੁਝ ਦੋ ਲਾਈਨਾਂ ਕਹਿਣਾ ਚਾਹੋਗੇ? ਭਾਜੀ ਕੀ ਕੰਮ, ਕਈ ਵਾਰ ਸਪੀਚਲੈਸ ਹੋ ਜਾਂਦਾ ਹੈ ਨਾ। ਡਾਕਟਰ ਨੂੰ ਰੱਬ ਦਾ ਰੂਪ ਕਿਹਾ ਜਾਂਦਾ ਸੀ ਪਹਿਲਾਂ, ਬੜਾ ਹੀ ਨੋਬਲ ਪ੍ਰੋਫੈਸ਼ਨ ਮੰਨਿਆ ਜਾਂਦਾ ਸੀਗਾ, ਬਟ ਅੱਜ ਕੱਲ੍ਹ ਇਹ ਮਾਰਕੀਟਿੰਗ ਏਜੰਟ ਬਣ ਕੇ ਰਹਿ ਗਏ ਆ। ਬੜਾ ਦੁੱਖ ਹੁੰਦਾ ਹੈ ਦੇਖ ਕੇ। ਇਹ ਧਮਕੀ ਸੁਣੀ ਤੁਸੀਂ, ਕੀ ਬੋਲਿਆ ਡਾਕਟਰ ਸਾਹਿਬ ਨੇ? ਜੀ ਮੈਂ ਸੁਣਿਆ ਜੀ, ਨਾ ਇੱਦਾਂ ਲੱਗਦਾ ਕਿਸੇ ਰੋਡ ਸਾਈਡ ਗੁੰਡੇ ਦੀ ਭਾਸ਼ਾ ਵਰਤੀ ਜਾ ਰਹੀ ਹੈ ਜੀ। ਬਿਲਕੁਲ, ਦੇਖੋ ਲਾਹਨਤਾਂ ਦੇਣੀਆਂ ਤਾਂ ਬਣਦੀਆਂ ਨੇ, ਲੇਕਿਨ ਭਾਜੀ ਹੋਣਾ ਦੀ ਬੜੀ ਤਾਰੀਫ ਹੈ, ਰੱਬ ਚੜ੍ਹਦੀ ਕਲਾ 'ਚ ਰੱਖੇ, ਤੇ ਪ੍ਰਮਾਤਮਾ ਇਹਨਾਂ ਦੇ ਪਿਤਾ ਜੀ ਨੂੰ ਵੀ ਤੰਦਰੁਸਤ ਕਰੇ, ਸਿਹਤਯਾਬ ਕਰੇ। ਜਿਸ ਟਾਈਮ ਇਹਨਾਂ ਨੇ ਆਕਸੀਜਨ ਬੰਦ ਕਰਤੀ, ਕੋਈ ਵੀ ਇਹਦੇ ਲਈ ਬਲੇਮ ਨਹੀਂ ਕਰ ਸਕਦਾ ਕਿਸੇ ਨੂੰ। ਤੁਸੀਂ ਸਾਨੂੰ ਨਹੀਂ ਬਲੇਮ ਕਰ ਸਕਦੇ, ਪੇਸ਼ੈਂਟ ਨੂੰ ਲੈ ਕੇ ਜਾਓ। ਤੁਸੀਂ ਸਾਨੂੰ ਨਹੀਂ ਬਲੇਮ ਕਰ ਸਕਦੇ, ਪੇਸ਼ੈਂਟ ਨੂੰ ਲੈ ਕੇ ਜਾਓ ਇੱਥੋਂ। ਅਜਿਹੀਆਂ ਘਟਨਾਵਾਂ ਦੇਖ ਕੇ ਤੇ ਸੁਣ ਕੇ ਕਈ ਵਾਰ ਜ਼ਿਹਨ ਦੇ ਵਿੱਚ ਇੱਕ ਸਵਾਲ ਜ਼ਰੂਰ ਆਉਂਦਾ ਹੈ ਕਿ ਵਾਕਈ ਕੁਝ ਮਰੀਆਂ ਜ਼ਮੀਰਾਂ ਵਾਲੇ ਡਾਕਟਰਾਂ ਤੇ ਹਸਪਤਾਲਾਂ ਅੱਗੇ ਜ਼ਿੰਦਗੀ ਤੇ ਮਨੁੱਖਤਾ ਦੀ ਕੋਈ ਕੀਮਤ ਨਹੀਂ ਰਹੀ। ਬਾਕੀ ਜ਼ਿਲ੍ਹਾ ਅੰਬਾਲਾ ਦੇ ਮੁਲਾਨਾ ਵਿੱਚ ਮੌਜੂਦ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਸ ਐਂਡ ਰਿਸਰਚ ਦੇ ਡਾਕਟਰ ਵੱਲੋਂ ਦਿੱਤੀ ਇਹ ਧਮਕੀ ਦਾ ਇੱਕ ਮਾਮਲਾ ਸੀ ਜੋ ਸਾਹਮਣੇ ਆਇਆ ਹੈ। ਬਾਕੀ ਹੋਰ ਮਰੀਜ਼ਾਂ ਨਾਲ ਕੀ ਕੁਝ ਹੋਇਆ ਹੋਣਾ ਹੈ, ਕੀ ਕੁਝ ਹੋ ਰਿਹਾ ਹੈ, ਜਾਂ ਫਿਰ ਕੀ ਕੁਝ ਹੋ ਸਕਦਾ ਹੈ, ਇਹ ਵੱਡਾ ਸਵਾਲ ਹੈ। ਬਾਕੀ ਉਮੀਦ ਕਰਾਂਗੇ ਕਿ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋਗੇ, ਤੇ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਸ ਐਂਡ ਰਿਸਰਚ ਦੇ ਇਸ ਡਾਕਟਰ ਵੱਲੋਂ ਦਿੱਤੀ ਧਮਕੀ ਬਾਰੇ ਆਪਣੇ ਅਣਮੁੱਲੇ ਵਿਚਾਰ ਵੀ ਕਮੈਂਟ ਰਾਹੀਂ ਜ਼ਰੂਰ ਦੱਸੋਗੇ।